जी जी, यानी कि नवे पाकिस्तान की कोई तब्दीली तब्दीली ਐਵੇਂ ਸਿਰਫ ਨਾਮ ਆ। रियासत मदीना भी नहीं। ਯਾਰ ਕੀ ਹੈ ਹੁਣ ਮੇਰਾ ਨਾਮ ਇਫਤਖਾਰ ਹੋ, ਤੁਸੀਂ ਮਿਸਾਲ ਦੇ ਤੌਰ ਤੇ ਲਿਖਦਾ ਵੀ ਹਾਜੀ ਸਨਾਉल्ला ਤੇ ਮੈਂ ਹਾਜੀ ਬਣ ਜਾਊਂਗਾ ਨਹੀਂ, ਮਸਲਨ ਨਹੀਂ ਮੇਰੀ ਕਰਤੂਤ ਤਾਂ ਜਿਹੜੀ ਵਿਚਲੀ ਉਹੀ ਹੈ ਨਾ जी बिल्कुल ਜਿੰਨਾ ਚਿਰ ਮੈਂ ਵਿਚਲਾ ਠੀਕ ਕਰੂੰਗਾ ਤੇ ਮੈਂ ਕਿਸ ਤਰ੍ਹਾਂ ਮਤਲਬ ਉਹ ਅੱਛਾ ਹੋ ਸਕਦਾ। जी बिल्कुल। नाज़रीन, वॉइस ऑफ पंजाब के साथ आज हम आए हैं तहसील आरिफ आला के गांव 31 ईबी। इसको 31 लालियां वाली भी कहते हैं। यहाँ पे जो है ना वो काफ़ी देर पहले इंडिया और पाकिस्तान की पार्टीशन से पहले का वक्त यहाँ पे कुछ लाले को बरादरी को ज़ात थी, वो यहाँ पे आबाद थी। इस वक्त हमारे साथ यहाँ के जो बासी हैं वो मौजूद हैं। इनसे पूछते हैं कि 31 ईबी के अंदर जो बुनियादी सहूलियात का फुकदान है उसकी असल रीज़न क्या है और कौन कौन सी सहूलियात इनके पास मुयसर हैं और कौन सी नहीं हैं। अस्सलाम वालेकुम भाईजान। वालेकुम अस्सलाम। भाईजान क्या नाम है? मोहम्मद इरफान सर। इरफान भाई, ਅਸੀਂ ਤੁਹਾਡੇ ਪਿੰਡ 'ਚ ਆਏ ਹਾਂ, ਸਾਨੂੰ ਕਾਫੀ ਦੋਸਤ ਮਿਲੇ ਨੇ, ਭਾਈ ਮਿਲੇ ਨੇ, ਤੁਹਾਡਾ ਪਿੰਡ ਪੂਰਾ ਵਿਜ਼ਿਟ ਕਰ ਚੁੱਕੇ ਹਾਂ ਤੇ ਸਾਨੂੰ ਅਲਹਮਦੁਲਿਲਾ ਇੱਥੇ ਕੋਈ ਸਹੂਲਤ ਨਹੀਂ ਲੱਭੀ। ਸਰ ਸਹੂਲਤਾਂ ਦਾ ਤਾਂ ਇੱਥੇ ਇਹ ਹਾਲਾਤ ਆ ਕਿ ਇਨਸ਼ਾਅੱਲਾ ਅਸੀਂ ਤੁਹਾਡੇ ਚੈਨਲ ਦੇ ਥਰੂ ਵੌਇਸ ਆਫ ਪੰਜਾਬ ਦੇ ਥਰੂ ਇਨਸ਼ਾਅੱਲਾ ਅਸੀਂ ਆਪਣੀ ਆਵਾਜ਼ ਵਜ਼ੀਰ ਆਲਾ ਪੰਜਾਬ ਉਸਮਾਨ ਬੁਜ਼ਦਾਰ ਤੱਕ ਔਰ ਵਜ਼ੀਰ ਆਜ਼ਮ ਪਾਕਿਸਤਾਨ ਔਰ ਸਾਡੇ ਇੱਥੋਂ ਦੇ MPA ਜਿਹੜੇ ਹਰ ਸਾਲ MNA ਹਰ ਸਾਲ ਆਉਂਦੇ ਜ਼ਰੂਰ ਨੇ, वादे भी करके जाते हैं लेकिन सिर्फ फर्जी वादे। अज इस पिंड का पानी थलों बिल्कुल ख़राब हो चुका जी। ये जड़ियाँ बीमारियां दी मेन जड़ ये पानी बन रहा जी। इस हौज का पानी ये पी रहे हैं लोग। देखो जी इस पिंड दे विच देखो जी इन्ने साल हो गए अज तक स्कूल नहीं हैगा। मोहतरम 300 घर आ, मैं हैरान हाँ 300 घर वास्ते स्कूल ही नहीं बनाया गौरमेंट ने, या तुसी गौरमेंट ਨੂੰ ਇਸ ਪਾਸੇ ਤਵੱਜੋ ਨਹੀਂ ਦਿਲਾਈ, ਕੀ ਵਜ੍ਹਾ ਸੀ? ਸਰ ਸਾਡੇ ਇੱਥੇ ਨਾਲ ਹੀ ਇੱਕ ਪਿੰਡ ਹੈਗਾ 2-3 ਕਿਲੋਮੀਟਰ, ਉੱਥੇ ਸਕੂਲ ਹੈਗਾ ਵਾ। ਉਸ ਸਕੂਲ ਨੂੰ ਇਹ ਮੈਂਸ਼ਨ ਕੀਤੇ ਜਾ ਰਿਹਾ ਵੀ ਇਹ ਤੁਹਾਡੇ ਪਿੰਡ ਦਾ ਸਕੂਲ ਆ, ਲੇਕਿਨ ਬੱਚਿਆਂ ਨੂੰ 4-5 ਕਿਲੋਮੀਟਰ ਚੱਲ ਕੇ ਪਿੱਛੇ ਬੈਕਵਰਡ ਏਰੀਆ 'ਚ ਜਾਣਾ ਪੈਂਦਾ ਸਕੂਲ ਦੇ ਵਿੱਚ। ਦੇਖੋ ਸਕੂਲ ਪ੍ਰਾਇਮਰੀ ਹੈ, ਹਾਈ ਹੈ ਜਾਂ ਹਾਇਰ ਸੈਕੰਡਰੀ ਹੈ? ਪ੍ਰਾਇਮਰੀ ਆ ਸਰ, ਪ੍ਰਾਇਮਰੀ ਸਕੂਲ ਆ। ਪ੍ਰਾਇਮਰੀ ਵਾਸਤੇ ਵੀ 4 ਕਿਲੋਮੀਟਰ ਸਫ਼ਰ ਕਰਨਾ ਪੈਂਦਾ? ਬਿਲकुल ਜੀ, ਪ੍ਰਾਇਮਰੀ ਵਾਸਤੇ ਵੀ 4 ਕਿਲੋਮੀਟਰ ਸਫ਼ਰ ਕਰਕੇ ਜਾਣਾ ਚਾਹੀਦਾ। ਔਰ ਫਿਰ ਮਜ਼ੇ ਦੀ ਗੱਲ ਜੀ ਬੱਚਿਆਂ ਦਾ ਸਕੂਲ ਸਾਡੇ ਪਿੰਡ ਵਿੱਚ ਨਹੀਂ ਹੈਗਾ। ਔਰ ਇੱਥੋਂ ਇੰਨੀ ਦਿੱਕਤ ਆ ਕਿ ਸਾਡੇ ਪਿੰਡ ਦੇ ਤੁਸੀਂ ਦੇਖ ਲਓ ਬੱਚਿਆਂ ਦੀ ਸ਼ਰ੍ਹਾ ਆਬਾਦੀ ਦੇ ਵਿੱਚੋਂ ਨਾ ਤਕਰੀਬਨ 5 ਜਾਂ 7% ਬੱਚੀਆਂ ਪੜ੍ਹੀਆਂ ਲਿਖੀਆਂ। ਔਰ ਨਾ ਪੜ੍ਹਨ ਦੀ ਵਜ੍ਹਾ ਸਿਰਫ ਸਕੂਲ ਦਾ ਨਾ ਹੋਣਾ। ਸਕੂਲ ਦਾ ਰੀਜ਼ਨ, ਹਾਂਜੀ ਬਿਲਕੁਲ, ਇਹ ਇਸ ਵਜ੍ਹਾ ਤੋਂ ਹੀ ਨਾ ਸਕੂਲ ਦੀ ਵਜ੍ਹਾ ਤੋਂ ਹੀ ਬੱਚੀਆਂ ਨਾ ਨਹੀਂ ਆਉਂਦੇ। मोहतरम गौरमेंट तो कह रही है पढ़ो पंजाब किताबां फ्री, वर्दी फ्री, तो ਤੁਹਾਡੇ ਕੋਲ ਤਾਂ ਸਕੂਲ ਹੀ ਨਹੀਂ ਹੈਗਾ, वर्दी किताबां ਕੀ ਕਰੋਗੇ? ਤਾਂ ਸਿਰਫ ਇਹ ਗੱਲ ਸਿਰਫ ਔਰ ਸਿਰਫ ਕਾਗਜ਼ੀ ਗੱਲ ਆ, ਇੱਕ ਚੈਨਲਾਂ ਦਾ ਉੱਤੇ ਦਿਖਾਵਾ ਵਾ ਆਵਾਮ ਨੂੰ। ਦੇਖੋ ਜੀ ਇਸ ਸਦੀ ਦੇ ਵਿੱਚ 2021 ਦੇ ਵਿੱਚ ਦੇਖੋ ਜੀ ਇਸ ਪਿੰਡ ਦੇ ਤੁਸੀਂ ਹਾਲਾਤ ਦੇਖ ਲਿਆ ਜੀ। ਜੀ ਦੇਖੇ, ਪਿੰਡ ਦੀਆਂ ਸੜਕਾਂ ਦੇਖ ਲੀਆਂ, ਸੀਵਰੇਜ ਦਾ ਨਿਜ਼ਾਮ ਦੇਖ ਲਿਆ ਜੀ, ਹੈ ਹੀ ਨਹੀਂਗਾ। ਬੰਦੇ ਲੰਘਣ ਨੂੰ ਸੜਕ ਹੈ ਨਹੀਂ, ਗੱਡੀ ਖੜੀ ਕਰਦੇ ਦੂਜੀ ਸਵਾਰੀ ਨਹੀਂ ਲੰਘ ਸਕਦੀ ਜੀ। ਇਹ ਹਾਲਾਤ ਹੈ ਜੀ। ਮੋਹਤਰਮ ਤੁਸੀਂ ਆਪਦੇ ਪੇਸ਼ੈਂਟ ਜਿਹੜੇ ਮਰੀਜ਼ ਐਮਰਜੈਂਸੀ ਡਿਲੀਵਰੀ ਕੇਸ ਹੁੰਦੇ ਨੇ, ਕੋਈ ਹੋਰ ਪੇਸ਼ੈਂਟ, ਕਿਵੇਂ ਉਹਨਾਂ ਨੂੰ ਤੁਸੀਂ ਹਸਪਤਾਲ ਲੈ ਕੇ ਜਾਂਦੇ ਹੋ? ਤਾਂ ਤੁਸੀਂ ਪੇਸ਼ੈਂਟ ਦੀ ਗੱਲ ਕਰਦੇ ਹੋ, ਕਿਸੇ ਨੂੰ ਵੀ ਕੋਈ ਸਿਰ ਦਾ ਦਰਦ ਹੋ ਜਾਵੇ ਪਿੰਡ 'ਚ ਕੋਈ ਡਿਸਪੈਂਸਰੀ ਨਹੀਂ ਹੈਗੀ। ਬੁਨਿਆਦੀ ਮਰਕਜ਼ ਸਿਹਤ ਇੱਥੇ ਕਿਤੇ ਦੂਰ ਤਿਕਰ ਨਜ਼ਰ ਨਹੀਂ ਸਕੇ। ਤਾਂ ਵਾਮ ਇੱਥੋਂ ਪਾਣੀ ਭਰ ਰਹੀ ਹੈ ਆਪਣੇ ਘਰਾਂ ਵਾਸਤੇ। ਅਗਰ ਜਿਸ ਨੇਕ ਬੰਦੇ ਨੇ ਲਗਾਇਆ ਵਾ ਅਗਰ ਉਹ ਬੰਦ ਕਰ ਦੇਵੇ ਤੁਸੀਂ ਕਿੱਧਰ ਜਾਓਗੇ? ਤੁਹਾਡਾ ਕੀ ਕਹਿਣਾ ਹੈ? ਬਿਲਕੁਲ ਜੀ, ਸਾਨੂੰ ਇੱਥੇ ਬਿਜਲੀ ਦਾ ਮਸਲਾ ਹੋ ਜਾਵੇ ਜਾਂ ਕਿਸੇ ਦਿਨ ਲਾਈਟ ਚਲੀ ਜਾਵੇ ਜਾਂ ਕੋਈ ਕਿਸੇ ਨੇ ਪਾਣੀ ਲਗਾਉਣਾ ਤੇ ਭਰਨਾ, ਅਗਰ ਕੋਈ ਪਾਣੀ ਨਹੀਂ ਲਾ ਰਿਹਾ ਜਾਂ ਫਸਲਾਂ ਨੂੰ ਪਾਣੀ ਨਹੀਂ ਜਾ ਰਿਹਾ ਤੇ ਇਹ 8-12 ਘੰਟੇ ਖੜੀ ਆ ਤੇ ਪਿੰਡ ਵਾਲੇ ਬੈਠੇ 12 ਘੰਟੇ ਲੈ ਕੇ ਇੱਥੇ ਕੈਨੀਆਂ ਕੁਨੀਆਂ ਆਪਦੀਆਂ, ਉਹ ਕਿੱਥੋਂ ਪਾਣੀ? ਬੇਸਿਕ ਸਹੂਲੀਅਤ ਨਾ ਸਾਡੇ ਗਾਉਂ ਦੇ ਵਿੱਚ ਬੇਸਿਕ ਸਹੂਲੀਅਤ ਕੋਈ ਵੀ ਚੀਜ਼ ਨਹੀਂ ਹੈ। ਜ਼ਿਆਦਾਤਰ ਮੇਨ ਮਸਲਾ ਤੁਸੀਂ ਦੇਖ ਲਓ ਪਾਣੀ ਦਾ ਹੈ। ਜੀ ਪਾਣੀ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਨਾ ਫੈਲ ਰਹੀਆਂ ਹੈ। ਬਹੁਤ ਸਾਰੇ ਲੋਕ ਜਿਹੜੇ ਸਾਡੇ ਗਾਉਂ ਦੇ ਨਾ ਗੁਰਦਿਆਂ ਦਾ ਮਸਲਾ ਦੇਖ ਲਓ, ਯਾਨੀ ਕਿ ਕਿੱਡਾ ਪਚੀਦਾ ਮਸਲਾ ਹੈ, ਬਹੁਤ ਜ਼ਿਆਦਾ ਮਸਲਾ।
ਤੇ ਇਸ ਕਰਕੇ ਜ਼ਿਆਦਾਤਰ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਹੈ ਸਾਡੇ ਗਾਉਂ ਦੇ ਵਿੱਚ। ਜ਼ਿਆਦਾਤਰ ਲੋਕ ਇੱਥੋਂ ਟਿਊਬਵੈਲ ਦਾ ਪਾਣੀ ਇਸਤੇਮਾਲ ਕਰਦੇ ਨੇ ਤੇ ਪਾਣੀ, ਤੇ ਉਸ ਤੋਂ ਬਾਅਦ ਸਕੂਲ ਲਾ ਲਓ, ਸਕੂਲ ਤਕਰੀਬਨ ਸਰਕਾਰੀ ਸਕੂਲ ਤੇ ਨਾ ਲੜਕੀਆਂ ਦਾ ਨਾ ਲੜਕਿਆਂ ਦਾ ਕੋਈ ਵੀ ਸਕੂਲ ਹੈ। ਮੋੜ ਤੋਂ ਤੁਸੀਂ ਲੰਘ ਕੇ ਆਏ ਜੀ ਹੋਵੋਗੇ, ਜੀ ਦੇਖਿਆ ਸਾਰਾ। ਕਿਵੇਂ ਸਾਰਾ ਟੁੱਟਿਆ ਪਿਆ, ਕਿਵੇਂ ਉਹ ਉੱਥੇ ਜਗ੍ਹਾ ਜਗ੍ਹਾ ਖੱਡੇ ਆ, ਤਾਂ ਮਰੀਜ਼ ਨੇ ਉੱਥੇ ਕਿੱਥੇ ਸ਼ਹਿਰ ਪਹੁੰਚਣਾ। ਤੁਹਾਡੀ ਤਾਲੀਮ ਦੀ ਸ਼ਰ੍ਹਾ ਜਿਹੜੀ ਉਹ ਮਾਈਨਸ ਹੋਣ ਦੇ ਵਿੱਚ ਦੀ ਰੀਜ਼ਨ ਸਕੂਲ ਨਾ ਹੋਣਾ, ਔਰ ਤੁਸੀਂ ਇਸ ਜੋਹੜ ਦਾ ਪਾਣੀ ਪੀ ਰਹੇ ਹੋ ਜਿਹੜਾ ਕਿ ਅਗਰ ਦੇਖਿਆ ਜਾਵੇ ਪਾਕਿਸਤਾਨ ਦੇ ਬਹੁਤ ਜ਼ਿਆਦਾ ਬੈਕਵਰਡ ਇਲਾਕਿਆਂ 'ਚ ਵੀ ਇਹ ਹਾਲ ਨਹੀਂ ਹੈਗਾ। ये नहीं हैगा, बिल्कुल इस चीज़ कोई शक नहीं हैगा जी। एमएनए वोट लेकर चले जाते हैं, दोबारा गांव में आकर वो चक्कर ही नहीं लगाते। वो बड़ों की बात सुनते हैं, गरीब लोगों की तो बात ही नहीं सुनते। वो उनको चाहिए वो आकर गरीब लोगों की बात सुने। गरीब लोगों की जब तक बात नहीं सुनेंगे, उनके गांव वाले के मसले जो हैं वो मसाइल हल नहीं होंगे। सबसे बड़ा मसला हमारे गांव का यही है कि ये है ना, हमारे ट्यूबवेल जो लगा इस वक्त, जी जी, इसमें लोग हमारे गांव के 70 to 80% लोग यहीं से पानी लेकर जाते हैं। दूसरा मसला हमारे गांव में तकरीबन जब तक मेरी 31-32 साल तकरीबन उम्र हो चुकी है, हमारे गांव में स्कूल नहीं है, ना ही बच्चियों का है ना ही बच्चों का है। जहाँ कोई ऐसा छोटा मोटा सा अस्पताल दिया जाए जिसके लिए बुनियादी सहूलत हमें मैसर हों। जी नाज़रीन, आपने भाई की बात सुनी कि यहाँ पे 300 घराना इबाद है, लेकिन यहाँ पे ना बुनियादी सहूलियत में देखा जाए प्राइमरी स्कूल तक यहाँ पे नहीं है, डिस्पेंसरी नहीं है, बुनियादी मरकज़ सेहत यहाँ पे दूर तक नज़र नहीं आएगा। ये लोग यहाँ से तकरीबन 8-10 किलोमीटर का सफ़र तय करने के बाद तहसील आरिफ आला का रुख करते हैं। अगर इन्हें बड़े हॉस्पिटल जाना पड़े तो तकरीबन 32 किलोमीटर यहाँ से पाकपतन है, और ये लोग पानी अपना जो ताज़ा पानी पीने के लिए इस ट्यूबवेल से लेने आते हैं। मेरा ख्याल अगर ये ट्यूबवेल बंद हो जाए तो शायद ये लोग पानी की एक एक बूंद को तरस जाएँ। भाई को देखा है कि वो यहाँ से पानी की बोतलें भर के लेके जा रहे हैं। इनसे पूछते हैं कि इनका क्या मौक़िफ़ है। अस्सलाम वालेकुम भाईजान। वालेकुम सलाम जी। ਭਾਈਜਾਨ ਮੈਂ ਤੁਹਾਨੂੰ ਦੇਖਿਆ ਤੁਸੀਂ ਇਹ ਤੋੜਾ ਭਰਿਆ ਪੂਰਾ ਬੋਤਲਾਂ ਦਾ ਇੱਥੋਂ ਪਾਣੀ ਲੈ ਕੇ ਜਾ ਰਹੇ ਹੋ। ਤੁਹਾਡੀ ਜ਼ਿੰਦਗੀ ਤੇ ਪਾਣੀ ਭਰਨ 'ਚ ਲੰਘ ਜਾਂਦੀ ਹੋਏਗੀ। ਇਸ ਤਰ੍ਹਾਂ ਲੰਘ ਜਾਂਦੀ। ਸਾਡੇ ਕੋਈ ਫਿਲਟਰ ਦੀ ਸਹੂਲਤ ਨਹੀਂ ਹੈ ਜੀ ਗਾਉਂ ਦੇ ਵਿੱਚ, ਕੋਈ ਸੜਕਾਂ ਅੱਛੀਆਂ ਨਹੀਂ ਹੈਗੀਆਂ ਜੀ, ਠੀਕ ਹੈ ਜੀ। ਉਹ ਪਾਣੀ ਦਾ ਇੰਤਜ਼ਾਮ ਨਹੀਂ, ਫਿਲਟਰੇਸ਼ਨ ਪਲਾਂਟ ਨਹੀਂ ਲੱਗੇ ਹੋਏ, ਇਸ ਵਾਸਤੇ ਅਸੀਂ ਇਹ ਮੁਸੀਬਤ ਉਠਾ ਰਹੇ ਹਾਂ। ਮੋਹਤਰਮ ਫਿਲਟਰੇਸ਼ਨ ਪਲਾਂਟ ਤੇ ਬਹੁਤ ਦੂਰ ਦੀ ਗੱਲ ਹੈ, ਤੁਹਾਨੂੰ ਤੇ ਇੱਕ ਸਾਫ਼ ਪਾਣੀ ਦੀ ਉੱਥੇ ਟੈਂਕੀ ਚਾਹੀਦੀ ਹੈ ਜਿਹੜੀ ਘਰਾਂ 'ਚ ਟੂਟੀ ਲੱਗੇ, ਪਾਈਪ ਲੱਗੇ, ਤੁਹਾਡੇ ਕੋਲ ਤਾਂ ਉਹ ਵੀ ਨਹੀਂ ਹੈਗਾ। ਵੀ ਨਹੀਂ ਹੈ ਜੀ ਕੋਈ ਚੀਜ਼। ਤੁਸੀਂ ਆਪਣੇ ਐਮਐਨਏ ਐਮਪੀਓ ਨੂੰ ਕੋਈ ਮੁਤਾਲਬਾ ਨਹੀਂ ਕਰਦੇ? ਬੜੇ ਕਰਦੇ ਹਾਂ ਲੇਕਿਨ ਕੋਈ ਬਾਤ ਸੁਣ ਨਹੀਂ ਰਿਹਾ, ਸਿਰਫ ਵੋਟਾਂ ਲੈਣ ਆਉਂਦੇ ਆ। ਸਿਰਫ ਵੋਟਾਂ ਲੈਣ ਆਉਣ ਦੀ। ਤੁਸੀਂ ਨਵੇਂ ਪਾਕਿਸਤਾਨ ਦੇ ਵਿੱਚ ਗਵਰਨਮੈਂਟ ਦੇ ਨਾਮ ਆਪਣਾ ਕੀ ਪੈਗਾਮ ਦਿਓਗੇ? ਇਸ ਪਿੰਡ ਦੇ ਰਹਿਸ਼ੀ ਹੋ ਤੁਸੀਂ। ਅਸੀਂ ਤਾਂ ਇਹ ਪੈਗਾਮ ਦੇਵਾਂਗੇ, ਸਾਡਾ ਕੋਈ ਕੰਮ ਨਹੀਂ ਹੋਇਆ ਜੀ 2.5 ਸਾਲ ਦੇ ਵਿੱਚ, इंतहाई बुरे हालात है। लोग यहाँ से पानी भर के लेके जाते हैं, तो जो बड़े बड़े मोहल्लों में बैठे हैं, जो हमारे वज़रा हैं, उनके नाम ये पैगाम है और उनके लिए ये एक सवालिया निशान है कि ये पाकिस्तान के बासी हैं, इस गांव के ये रहने वाले हैं। इनका भी उतना ही हक़ है जितना बड़े शहरों में और बड़ी बड़ी कोठियों में बैठे लोगों का हक़ है कि इनको कम अज़ कम कुछ भी नहीं तो पानी, सेहत और तलीम की सहूलत से जो है ना वो मुस्तफ़ीद की। ਤੁਸੀਂ 31 CB 'ਚ ਰਹਿੰਦੇ ਹੋ, ਤੁਹਾਡੇ ਘਰ ਦੇ ਦਰਵਾਜ਼ੇ ਦੁਕਾਨ ਦੇ ਬਿਲਕੁਲ ਸਾਹਮਣੇ ਜਿਹੜਾ ਨਾ ਬਹੁਤ ਵੱਡਾ ਇੱਕ ਰੂੜੀ ਦਾ ਢੇਰ ਲੱਗਾ ਹੋਇਆ ਕਚਰੇ ਦਾ। ਹਾਂਜੀ ਹਾਂਜੀ। ਤੁਹਾਡਾ ਇਹਦੇ ਤੇ ਕੀ ਮੌਕਫ ਆ? ਮੌਕਫ ਕੀ ਆ ਜੀ, ਅਸੀਂ ਤਾਂ ਕੋਈ 20 ਦਫਾ ਦਰਖਾਸਤਾਂ ਦਿੱਤੀਆਂ, ਉਹ ਆਰਜ਼ੀ ਤੌਰ ਤੇ ਚੱਕ ਕੇ ਜਾਂਦੇ ਆ, ਮੁੜ ਕੇ ਲੋਕ ਫਿਰ ਸਿੱਟਣ ਲੱਗ ਪੈਂਦੇ। ਇਹਦਾ ਕੋਈ ਸੱਦੇ-ਬਾਬ ਗਵਰਨਮੈਂਟ ਨੇ ਨਹੀਂ ਕੀਤਾ? ਕੋਈ ਨਹੀਂ ਕੀਤਾ। ਸਰ ਗਵਰਨਮੈਂਟ ਤੇ ਅਰਬਾਂ ਰੁਪਏ ਡੈਂਗੀ ਮਕਾਓ ਤੇ ਲਗਾ ਰਹੀ ਹੈ, ਤੁਸੀਂ ਗਵਰਨਮੈਂਟ ਦੇ ਨਾਮ ਕੀ ਪੈਗਾਮ ਦੇਵੋਗੇ? ਤੁਹਾਡਾ ਟੈਕਸ ਦਾ ਪੈਸਾ ਜ਼ਾਇਆ ਹੋ ਰਿਹਾ ਡੈਂਗੀ ਮਕਾਓ ਦੇ ਵਿੱਚ, ਤੇ ਇਹਦੇ ਬਾਰੇ ਤੁਸੀਂ ਇੰਨੀ ਦਰਖਾਸਤਾਂ ਦਿੱਤੀਆਂ, ਤੁਸੀਂ ਕੀਤੇ, ਕਿ ਇਹਦਾ ਕੀ ਹੱਲ ਕੀ ਹੈ? ਗਵਰਨਮੈਂਟ ਨੂੰ ਚਾਹੀਦਾ ਨਾ ਕਿ ਕੂੜਾ ਕਿਹੜੇ ਲੋਕ ਕਿੱਥੇ ਸਿੱਟਣ, ਉਹਨਾਂ ਵਾਸਤੇ ਜਾਂ ਤਾਂ ਕੋਈ ਮਤਲਬ ਇੱਥੇ ਜਿਸ ਤਰ੍ਹਾਂ ਉਹ ਆਪਣੀ ਕਮੇਟੀ ਦਾ ਟਰਾਲਾ ਹੁੰਦਾ ਵੱਡਾ, ਉਹ ਇੱਥੇ ਖੜਾ ਕਰ ਜਾਣ, ਲੋਕ ਗੰਦ ਸਿੱਟੀ ਜਾਣ, ਹਫ਼ਤੇ ਬਾਅਦ ਆਵੇ ਟਰੈਕਟਰ ਜਾ ਕੇ ਉਹਨੂੰ ਜਿੱਥੇ ਮਰਜ਼ੀ ਮਤਲਬ ਸਿੱਟ ਦੇਵੇ। ਹੁਣ ਜਗ੍ਹਾ ਵੀ ਮਤਲਬ ਇੱਕ ਆਦਮੀ ਦੀ ਹੈ ਕਿ ਇੰਤਕਾਲੀ ਜਗ੍ਹਾ ਵਾ, ਲੋਕ ਮਜਬੂਰ ਆ, ਕੀ ਕਰਨ? ਅਗਰ ਸਾਰਾ ਪਿੰਡ ਰਲ ਕੇ ਉਹਦੀ ਮਿਹਨਤ ਕਰ ਲਵੇ, ਉਹ ਮੰਨਦਾ ਨਹੀਂ ਬਿਲ ਫਰਜ਼ੋ ਮੈਨੂੰ ਕੀ ਕਰੇਗਾ, ਮੈਂ ਕੀ ਕਰੇਗਾ? ਮਸਲਨ ਚਾਰਦੀਵਾਰੀ ਕਰ ਦੇਵੇ, ਇੱਥੇ ਕਚਰਾ ਨਾ ਸਿੱਟਣ ਦੇਵੇ। ਚਾਰਦੀਵਾਰੀ ਹੋ ਗਈ, ਚਾਰਦੀਵਾਰੀ ਕਿਹੜੀ ਕਰੇਗਾ? ਤਾਂ ਲੋਕ ਕਿੱਥੇ ਕਚਰਾ ਲੋਕ ਸਿੱਟਣ ਕਿੱਥੇ? ਮਤਲਬ ਇਸ ਗੱਲ ਦਾ ਸਿੱਟਣ ਕਿੱਥੇ? ਜਾਂ ਤਾਂ ਗੌਰਮੈਂਟ ਆਪਦੇ ਕੋਲੋਂ ਕੋਈ ਜਗ੍ਹਾ ਦੇਵੇ, ਬਿਲਕੁਲ, ਜਾਂ ਉਹਦਾ ਟਰਾਲਾ ਖੜਾ ਕਰੇ ਇੱਥੇ, ਜਿਵੇਂ ਕਮੇਟੀ ਵਾਲੇ ਖੜਾ ਕਰਦੇ ਤੇ ਬਹੁਤ ਹੈਗੇ ਆ। ਹੁਣ ਮਤਲਬ ਆ ਗੌਰਮੈਂਟ ਆ ਤੇ ਉਹ ਕਮੇਟੀਆਂ ਬਣਾਵੇ, ਉਹਨਾਂ ਨੂੰ ਦੱਸੇ ਕਿ ਆ ਚੋਰੀਆਂ ਡਕੈਤੀਆਂ ਵਾ ਕਿਉਂ ਹੋ ਰਹੀਆਂ ਵਾ, ਥਾਣਾ ਦੇ ਵਿੱਚ ਉੱਥੇ ਹੀ ਰਿਸ਼ਵਤਾਂ ਚੱਲ ਰਹੀਆਂ ਵਾ, ਉਹੀ ਮਤਲਬ ਆਪਣੇ ਅਦਾਲਤਾਂ 'ਚੋਂ ਕੰਮ ਚੱਲ ਰਿਹਾ, ਹਰ ਕੰਮ ਉਹੀ ਚੱਲ ਰਿਹਾ ਜੀ ਜੀ। ਯਾਨੀ ਕਿ ਨਵੇਂ ਪਾਕਿਸਤਾਨ 'ਚ ਕੋਈ ਤਬਦੀਲੀ ਐਵੇਂ ਸਿਰਫ ਨਾਮ ਆ, ਰਿਆਸਤ ਮਦੀਨਾ ਵੀ ਨਹੀਂ। ਯਾਰ ਕੀ ਹੈ? ਮੇਰਾ ਨਾਂ ਇਫਤਖਾਰ ਹੋ, ਤੁਸੀਂ ਮਿਸਾਲ ਦੇ ਤੌਰ ਤੇ ਲਿਖਦਾ ਵੀ ਹਾਜੀ ਸਨਾਉਲਾ ਤੇ ਮੈਂ ਹਾਜੀ ਬਣ ਜਾਊਂਗਾ ਮਸਲਨ? ਮੇਰੀ ਕਰਤੂਤ ਜਿਹੜੀ ਵਿਚਲੀ ਹੋਈ ਹੈ ਨਾ ਜੀ, ਬਿਲਕੁਲ। ਜਿੰਨਾ ਚਿਰ ਮੈਂ ਵਿਚਲਾ ਠੀਕ ਕਰੂੰਗਾ ਤਾਂ ਮੈਂ ਕਿਸ ਤਰ੍ਹਾਂ ਮਤਲਬ ਉਹ ਅੱਛਾ ਹੋ ਸਕਦਾ? ਜੀ ਬਿਲਕੁਲ।
जी नाज़रीन, आपने बुज़ुर्गों की बात सुनी कि इस सिस्टम को बदलने के लिए एक पूरा निज़ाम चाहिए, एक पूरी जो है ना हिकमत अमली चाहिए, उसके बाद जाके हम किसी नतीजे पर पहुंच सकते हैं। वो कह रहे हैं कि नाम बदलने से चीज़ें नहीं बदलती, इनको बदलने के लिए हमें हिकमत अमली की ज़रूरत है। कैमरामैन अमार शाकर के साथ हाफिज़ खालिद, वॉइस ऑफ पंजाब, डिस्ट्रिक्ट पाकपतन।